ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਤਰਲੋਚਨ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਔਰ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ। ਸਰਦਾਰ ਸਾਹਿਬ ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਮੈਂ ਦੇਖ ਪਾ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੰਜਰ ਆ ਅਗਨ ਕੁੰਡ ਬਣਿਆ ਹੋਇਆ। ਸੰਤ ਫਤਿਹ ਸਿੰਘ ਅਰਦਾਸ ਕਰਕੇ ਅਰਦਾਸਾ ਸੋਧ ਦਿੰਦੇ ਆ ਕਿ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮੈਂ ਉੱਠਾਂਗਾ ਨਹੀਂ, ਸੜ ਕੇ ਮਰ ਜਾਵਾਂਗਾ। ਲੇਕਿਨ ਕੌਲ ਤੋੜ ਦਿੰਦੇ ਆ, ਅਰਦਾਸ ਤੋਂ ਭਗੌੜੇ ਹੋ ਜਾਂਦੇ ਆ। ਫਿਰ ਇੱਕ ਮਰਜੀਵੜਾ ਉੱਠਦਾ ਤੇ ਉਹ ਉਸ ਅਰਦਾਸ ਦੀ ਅਹਿਮੀਅਤ ਨੂੰ ਸਾਕਾਰ ਕਰਦਾ, ਆਪਣੀ ਜਾਨ ਦਿੰਦਾ ਹੈ ਔਰ ਕੌਮ ਦੀ ਅਜ਼ਮਤ ਜਿਹੜੀ ਖਿੰਡ ਗਈ ਸੀ ਸੰਤ ਫਤਿਹ ਸਿੰਘ ਦੇ ਕੌਲ ਤੋਂ ਭੱਜਣ ਕਰਕੇ, ਉਹਨੂੰ ਪੂਰਿਆ ਕਰਦਾ ਹੈ, ਸ਼ਹਾਦਤ ਦਾ ਜਾਮ ਪੀਂਦਾ। ਅੱਜ ਸ਼ਹਾਦਤ ਅਸੀਂ ਆਮ ਸ਼ਬਦ ਬਣਾ ਲਿਆ ਜਣੇ ਖਣੇ ਲਈ, ਲੇਕਿਨ ਸਾਡੇ ਦੌਰ 'ਚ ਬਹੁਤ ਘੱਟ ਸ਼ਹਾਦਤਾਂ ਨੇ। ਸੰਤ ਫੇਰੂਮਨ ਦੀ ਸ਼ਹਾਦਤ ਦਾ ਜ਼ਿਕਰ ਉਹਨਾਂ ਸੁਨਹਿਰੇ ਅੱਖਰਾਂ 'ਚ ਹੁੰਦਾ। ਮੈਨੂੰ ਉਹ ਬਣਾ ਕੇ ਸਿਰਜ ਕੇ ਮੰਜ਼ਰ ਦੱਸਿਓ ਜਿਹੜਾ ਤੁਸੀਂ ਚਸ਼ਮਦੀਦਾਂ 'ਚ ਰਹੇ ਹੋ, ਕਿਵੇਂ ਉਹ ਅਗਨ ਕੁੰਡ ਬਣਦੇ ਆ। 2 ਵਾਰੀ ਸੰਤ ਫਤਿਹ ਸਿੰਘ ਅਕਾਲ ਤਖਤ ਸਾਹਿਬ ਦੇ ਉੱਤੇ ਮਰਨ ਵਰਤ ਵਰਗੀ ਗੱਲ ਕਰਕੇ ਕੌਲ ਤੋੜ ਜਾਂਦੇ ਆ, ਤੇ ਫਿਰ ਉਸ ਦੌਰ ਦੇ ਵਿੱਚ ਕਿੰਜ ਘਟਨਾਵਾਂ ਵਾਪਰਦੀਆਂ। ਰੰਧਾਵਾ ਜੀ, ਹੈਰਾਨਗੀ ਕੀ ਹੈ ਕਿ ਸਿੱਖ ਕੌਮ ਨੇ ਸੰਤ ਫਤਿਹ ਸਿੰਘ ਨੂੰ ਸਭ ਕੁਝ ਦਿੱਤਾ। ਸੰਤ ਫਤਿਹ ਸਿੰਘ ਗੰਗਾ ਨਗਰ ਤੋਂ ਲਿਆ ਕੇ ਮਾਸਟਰ ਤਾਰਾ ਸਿੰਘ ਨੇ ਕੌਮ ਦਾ ਪ੍ਰਧਾਨ ਬਣਾਇਆ। ਸੰਤਾਂ ਤੋਂ ਲੀਡ ਕਰਾਏ ਫੰਕਸ਼ਨ। ਦਿੱਲੀ ਮਾਰਚ ਹੋਇਆ, ਸੰਤ ਫਤਿਹ ਸਿੰਘ ਨੇ ਸਾਰਾ ਇੰਡੀਆ ਹਿਲ ਗਿਆ। ਸੰਤ ਫਤਿਹ ਸਿੰਘ ਤੋਂ ਮਾਰਚ ਕਰਵਾਇਆ। ਸੰਤ ਫਤਿਹ ਸਿੰਘ ਜੀ ਨੂੰ ਅਸੀਂ ਸਾਰੇ ਜਿਹੜਾ ਹੁਣ ਇਤਿਹਾਸਕਾਰ ਆ, ਉਹ ਪੰਜਾਬੀ ਸੂਬੇ ਦਾ ਉਹ ਲੀਡਰ ਕਹਿੰਦੇ ਆ ਕਿ ਜਿਹਦੀ ਹਿੰਮਤ ਨਾਲ ਪੰਜਾਬੀ ਸੂਬਾ ਆਇਆ। ਚਾਹੇ ਇਹ ਜਿਹੜੀ ਜੰਗ ਹੈ ਪੰਜਾਬੀ ਸੂਬਾ ਦੀ, ਇਹ ਤੇ 52 53 ਤੋਂ ਹੀ ਸ਼ੁਰੂ ਹੋ ਗਈ। ਕਿੰਨੇ ਲੋਕ ਜੇਲ੍ਹਾਂ 'ਚ ਗਏ, ਕਿੰਨੇ ਮਰੇ ਵੀ, ਸ਼ਹੀਦ ਹੋਏ। ਮਾਸਟਰ ਤਾਰਾ ਸਿੰਘ ਲਗਾਤਾਰ ਲੜਦਾ ਰਿਹਾ, ਲੇਕਿਨ ਕ੍ਰੈਡਿਟ ਸੰਤ ਫਤਿਹ ਸਿੰਘ ਨੂੰ ਕਿ ਪੰਜਾਬੀ ਸੂਬਾ 1 ਨਵੰਬਰ 1966 ਨੂੰ ਸੰਤ ਜੀ ਸਾਨੂੰ ਦੇ ਗਏ। ਲੇਕਿਨ ਜਿਹੜੀ ਤੁਸੀਂ ਮੈਨੂੰ ਸਵਾਲ ਕੀਤਾ ਹੈ, ਉਹ ਸਵਾਲ ਇੱਕ ਸਾਡੇ ਸਾਹਮਣੇ ਮੈਂ ਇਸ ਲਈ ਕਹਿ ਰਿਹਾ ਕਿ ਜਿਹੜੀ ਅੱਜ ਦੀ ਪਨੀਰੀ ਹੈ ਕੌਮ ਦੀ, ਤੇ ਖਾਸ ਕਰਕੇ ਜਿਹੜੇ ਦੇਸ਼ਾਂ 'ਚ ਬਾਹਰ ਵਸਦੇ ਹੋ, ਆਪਣੇ ਇਤਿਹਾਸ ਤੋਂ ਜਾਣੂ ਹੋ ਕਿ ਸੰਤ ਫਤਿਹ ਸਿੰਘ ਜੀ ਨੇ 3 ਵਾਰ ਅਕਾਲ ਤਖਤ ਤੇ ਅਰਦਾਸ ਕਰਕੇ ਮਰਨ ਵਰਤ ਦਾ ਐਲਾਨ ਕੀਤਾ। 3 ਵਾਰ। ਪਹਿਲੀ ਵਾਰ ਕਿ ਪੰਜਾਬੀ ਸੂਬਾ ਛੇਤੀ ਬਣੇ, ਉਹ ਉਹਨਾਂ ਨੇ ਕੀਤਾ 1961 ਔਰ ਸੰਤ ਫਤਿਹ ਸਿੰਘ ਜੀ 18 ਦਸੰਬਰ ਨੂੰ ਅਰਦਾਸ ਕਰਕੇ ਅਕਾਲ ਤਖਤ ਦੇ ਬਾਹਰ ਬੈਠ ਗਏ ਕਿ ਮੈਂ ਮਰਾਂਗਾ ਜਦ ਤੱਕ ਪੰਜਾਬੀ ਸੂਬਾ ਨਹੀਂ ਬਣਦਾ। ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸਨ। ਮੈਂ ਸਮਝਦਾ ਕਿ ਜਦੋਂ ਸੰਤ ਜੀ ਉੱਥੇ ਬੈਠੇ ਤੇ ਉਹਨਾਂ ਦੇ 22 ਦਿਨ ਪੂਰੇ ਹੋਏ ਤਾਂ 15 ਦਿਨਾਂ ਬਾਅਦ ਹੀ ਇਹ ਹੋ ਗਿਆ ਕਿ ਜੀ ਸੰਤ ਜੀ ਤੇ ਜੀ ਚਲੇ, ਸੰਤ ਜੀ ਚਲੇ, ਬੜਾ ਵਜ਼ਨ ਹੈ ਜੀ, ਸੰਤ ਜੀ ਦੀ ਸਿਹਤ ਖਰਾਬ ਹੈ ਜੀ। ਤਾਂ ਇੱਕ ਗਰੁੱਪ ਸੀ ਸੰਤ ਜੀ ਦਾ, ਉਹ ਜੀ ਸੰਤਾਂ ਨੂੰ ਬਚਾਓ। ਕੈਰੋਂ ਨੂੰ ਇਸ ਗੱਲ ਦੀ ਭਣਕ ਪੈ ਗਈ। ਪ੍ਰਤਾਪ ਸਿੰਘ ਕੈਰੋਂ ਪੋਲੀਟੀਸ਼ੀਅਨ ਬੜਾ ਅਗਲੇ ਦਰਜੇ ਦਾ ਸੀ, ਅਕਾਲੀ ਰਿਹਾ। ਉਹਨੇ ਕਿਹਾ ਜੇ ਕੋਈ ਤਰੀਕਾ ਹੈ, ਜੇ ਉਹਨੇ ਡੈਥ ਹੋ ਗਈ ਤਾਂ ਮੇਰੇ ਗੱਲ ਪੈ ਜਾਏਗੀ। ਉਹ ਮਾਸਟਰ ਤਾਰਾ ਸਿੰਘ ਜੇਲ੍ਹ ਸੀ ਧਰਮਸ਼ਾਲਾ, ਉਹਨੇ ਮਾਸਟਰ ਤਾਰਾ ਸਿੰਘ ਨੂੰ ਰਿਹਾ ਕਰਤਾ। ਮਾਸਟਰ ਤਾਰਾ ਸਿੰਘ ਜੀ ਅੰਮ੍ਰਿਤਸਰ ਆ ਗਏ। ਜਦੋਂ ਮਾਸਟਰ ਜੀ ਨੇ ਮੱਥਾ ਟੇਕਿਆ ਤੇ ਲੋਕ ਨਾਅਰੇ ਲਾਉਣ ਲੱਗੇ, ਸੰਤ ਬਚਾਓ, ਸੰਤ ਬਚਾਓ। ਮਾਸਟਰ ਤਾਰਾ ਸਿੰਘ ਪੋਲੀਟੀਸ਼ੀਅਨ ਫਸ ਗਿਆ ਕਿ ਇਹ ਹੁਣ ਜੇ ਮਰਦਾ ਤੇ ਮਾਸਟਰ ਦੀ ਜੁਮੇ ਕਿ ਉਹਦੇ ਹੁੰਦਿਆਂ ਮਰ ਰਿਹਾ, ਜੇ ਨਹੀਂ ਤਾਂ ਉਹ ਸਹੁੰ ਟੁੱਟਦੀ ਹੈ। ਅਕਾਲੀ ਦਲ ਦੀ ਮੀਟਿੰਗ ਹੋਈ, ਵਰਕਿੰਗ ਕਮੇਟੀ ਦੀ, ਸਾਰਾ ਕੁਝ ਕਰਕੇ ਫੈਸਲਾ ਹੋ ਗਿਆ ਜੀ ਕਿ ਅਸੀਂ ਸਾਰੀ ਗੱਲਬਾਤ ਹੁਣ ਕਰਾਂਗੇ। ਕਿਉਂਕਿ ਮਾਸਟਰ ਜੀ ਉਦੋਂ ਜਦੋਂ ਸੰਤ ਸੀ ਆਏ, ਸਿੱਧੇ ਚਲੇ ਗਏ ਭਾਵਨਗਰ ਨਹਿਰੂ ਨੂੰ ਮਿਲਣ। ਨਹਿਰੂ ਨੂੰ ਮਿਲ ਆਏ, ਨਾਲ ਸੇਠ ਰਾਮਨਾਥ ਸੀ। तो उन्होंने नेहरू ने वादे करते, मास्टर जी ने क्या वादे देते हैं, आके वर्किंग कमेटी ने पास करता कि संत जी वर्त छोड़ दो। तो पहली संत जी का वर्त अकाली दल का बहाना लभ के कैरों साहब की मेहरबानी नाल वो वर्त टुट गया। संत जी की अरदास विचे रह गई, ना पंजाबी सूबा मिलिया ना कुछ होया। जदों पंजाबी सूबा मिल गया तो फिर चंडीगढ़ ना मिलिया। तो ये गल समझ लो कि अकाली सरकार जिहड़ी बनती है वो बनती है 67। तो 66 नवंबर जे आ गया तो संतां ते प्रेशर पिया भी तुसीं ते कहंदे हो मैं पंजाबी सूबा बनाया है, ते हुण ये की हो गया, एक क्यों नहीं मिलिया। तो फिर संतां ने 1966 की 17 दसंबर ਨੂੰ 1966 ਨੂੰ ਐਲਾਨ ਕਰਤਾ ਕਿ ਮੈਂ ਤੇ ਹੁਣ ਸੜ ਕੇ ਮਰ ਜਾਣਾ।
ਅੱਛਾ ਇਤਿਹਾਸ ਵਿੱਚ ਪਹਿਲੀ ਵਾਰ ਦੇਖੋ ਸਾਡਾ ਅਕਾਲ ਤਖਤ ਤੇ ਦਰਬਾਰ ਸਾਹਿਬ ਜਿਹੜੇ ਹੈ ਦੋਨੋਂ ਸਭ ਤੋਂ ਪਵਿੱਤਰ ਕੌਮ ਦੇ ਸਥਾਨ ਹੈ। ਜੀ ਸੰਤਾਂ ਦੀ ਮਰਜ਼ੀ ਨਾਲ, ਸੰਤਾਂ ਦੇ ਹੁਕਮ ਨਾਲ ਅਕਾਲ ਤਖਤ ਦੇ ਉੱਪਰ ਹਵਨ ਕੁੰਡ ਬਣਾਏ ਗਏ। ਇਤਨੀ ਅਵਗਿਆ ਸਿੱਖ ਧਰਮ ਵਿੱਚ ਹੋਈ ਕਿ ਅਕਾਲ ਤਖਤ ਉੱਪਰ ਹਵਨ ਕੁੰਡ ਬਣਾਇਆ ਕਿ ਸੰਤਾਂ ਨੇ ਕਿਹਾ ਕਿ ਮੈਂ ਜਦੋਂ ਹੁਣ ਮਰਨਾ ਮੈਂ ਹਵਨ ਕੁੰਡ ਦੇ ਵਿੱਚ ਸੜ ਕੇ ਮਰ ਜਾਣਾ, ਕਿ ਉੱਥੇ ਕੜਾਹ ਦੇ ਤੇਲ ਰੱਖੇ ਜਾਣਗੇ, ਮੈਂ ਉਹਦੇ ਵਿੱਚ ਹੀ। ਸੋ ਜਿਹੜੀ ਸਿੱਖ ਕੌਮ ਸਾਡੀ ਅੱਜ ਬੜੀ ਦੁਨੀਆ ਨੂੰ ਧਾਰਨਾ ਦਿੰਦੀ ਹੈ ਕਿ ਸਾਡੀਆਂ ਕੀ ਕੀ ਪਾਬੰਦੀਆਂ, ਕੀ ਸਾਡਾ ਇਤਿਹਾਸ ਹੈ, ਅਸੀਂ ਇਤਿਹਾਸ ਦੀ ਅਵਗਿਆ ਸਾਰੀ ਕੌਮ ਦੇ ਸਾਹਮਣੇ ਕਿ ਹਵਨ ਕੁੰਡ ਉੱਪਰ ਬਣ ਗਏ, ਉਹ ਬਣ ਗਏ ਔਰ ਇਹਦੀ ਇੰਨੀ ਪਬਲਿਸਿਟੀ ਹੋਈ ਹਰ ਪਾਸੋਂ। ਫਿਰ ਗੁਰਮੁਖ ਸਿੰਘ ਮੁਸਾਫਰ ਉਦੋਂ ਚੀਫ ਮਿਨਿਸਟਰ ਸੀ, ਤਾਂ ਉਹ ਉਹਨਾਂ ਨੇ ਕਿਹਾ ਵੀ ਇਹ ਹੁਣ ਕੀ ਹੈ, ਇਹਨੂੰ ਬਚਾਓ। ਤਾਂ ਇਹ ਫਿਰ ਉੱਥੇ ਹੀ ਚਲੇ ਗਏ, ਦਿੱਲੀ ਪਹੁੰਚੇ, ਦਿੱਲੀੋਂ ਬੜੇ ਲੀਡਰ ਆਏ ਸਰ, ਉਹ ਆ ਕੇ ਫਿਰ ਸੰਤਾਂ ਨੂੰ ਬੇਨਤੀ ਕੀਤੀ ਕਿ ਗੱਲ ਮੁੱਕ ਗਈ ਹੈ, ਇਹ ਮੰਨ ਗਏ, ਚੰਡੀਗੜ੍ਹ ਮਿਲ ਜਾਏਗਾ। ਸੰਤਾਂ ਨੂੰ ਕਿਹਾ ਜੀ ਠੀਕ ਹੈ, ਮੈਨੂੰ ਜੂਸ ਪਿਲਾਓ। ਤਾਂ ਹਵਨ ਕੁੰਡ ਉੱਥੇ ਹੀ ਰਹਿ ਗਏ, ਸੰਤ ਵਰਤ ਛੱਡ ਗਏ। ਸੋ ਇਹ ਹੋਇਆ। ਤੀਜੀ ਵਾਰ ਫਿਰ ਕੀ ਹੋਇਆ ਕਿ ਜਦੋਂ ਇਹ ਅਰਦਾਸ ਤੋਂ ਮੁੱਕਰ ਗਏ ਤਾਂ ਦਰਸ਼ਨ ਸਿੰਘ ਫੇਰੂਮਾਨ, ਇਹ ਦੇਖੋ ਉਸ ਤੋਂ ਦੀ ਉਮਰ ਬੜੀ 80 ਸਾਲ ਤੋਂ 84 ਸਾਲ ਦਾ ਸੀ। ਫੇਰੂਮਾਨ ਪਿੰਡ 'ਚ ਫੇਰੂਮਾਨ ਸਾਹਿਬ 1886 ਦਾ ਜਨਮ ਹੈ। ਫੇਰੂਮਾਨ ਜੀ ਪੜ੍ਹ ਕੇ, ਮੈਂ ਥੋੜਾ ਜਿਹਾ ਇਤਿਹਾਸ ਤਾਂ ਦੱਸ ਦਿੰਦਾ ਕਿ ਸਾਰੇ ਮਾਝੇ ਦੇ ਲੋਕਾਂ ਨੂੰ ਪਤਾ ਲੱਗੇ ਕਿ ਇਸ ਸ਼ਹੀਦ ਨੇ ਕੀ ਕੀਤਾ। ਇਹਨਾਂ ਦਾ ਬਚਪਨ ਤੋਂ ਹੀ ਮੈਟ੍ਰਿਕ ਕਰਕੇ ਇਹ ਫੌਜ 'ਚ ਭਰਤੀ ਹੋ ਗਏ, ਸਿਪਾਹੀ ਬਣ ਗਏ। ਪਰ ਇਹਨਾਂ ਨੇ ਦੇਖਿਆ ਜੀ ਨਾ ਲੱਗਿਆ, ਫੌਜ ਚੋਂ ਬਾਹਰ ਆ ਗਏ। ਆ ਕੇ ਇਹ ਸਿੱਧਾ ਹੀ ਸਿੱਖ ਸਿਆਸਤ ਵਿੱਚ ਸ਼ਾਮਲ ਹੋ ਗਏ। ਆਉਣ ਤੋਂ ਬਾਅਦ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੇ ਮੋਰਚੇ ਲਗਾਏ ਉਹਨਾਂ 'ਚ ਹਿੱਸਾ ਲਿਆ। ਜਦੋਂ ਦੇ ਇੱਕ ਸ਼ਹੀਦੀ ਜੱਥਾ, ਉਦੋਂ ਸ਼ਹੀਦੀ ਜੱਥੇ ਜਾਂਦਾ ਸੀ ਕਿਉਂਕਿ ਗੋਲੀ ਚੱਲਦੀ ਸੀ, ਤਾਂ ਇਹਨਾਂ ਨੇ ਤੀਜੇ ਸ਼ਹੀਦੀ ਜੱਥੇ ਨੂੰ ਲੀਡ ਕੀਤਾ। ਮਤਲਬ ਕਿ ਉਸ ਵਕਤ ਇੰਨੀ ਇਹਨਾਂ ਦੀ ਇੰਪਾਰਟੈਂਸ ਸੀ ਕਿ ਇਹਨਾਂ ਨੂੰ ਜੱਥੇ ਦਾ ਲੀਡਰ ਬਣਾਇਆ ਗਿਆ। ਬੜੀਆਂ ਜੇਲਾਂ ਕੱਟੀਆਂ, ਸ਼੍ਰੋਮਣੀ ਕਮੇਟੀ ਮੈਂਬਰ ਹੀ ਬਣ ਗਏ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਹੀ ਬਣੇ। ਪਰ ਇਹ ਕੁਛ ਕਰਕੇ ਫਿਰ ਇਹ ਮਲਾਇਆ ਚਲੇ ਗਏ, ਬਈ ਮੈਂ ਚਲਿਆ, ਇਹਨਾਂ ਕੋਈ ਜੀ ਨਾ ਲੱਗਿਆ। ਉੱਥੇ ਜਾ ਕੇ ਗੌਰਮੈਂਟ ਨੇ ਫੜ ਲਿਆ ਵੀ ਤੁਸੀਂ ਤਾਂ ਪੋਲੀਟੀਸ਼ੀਅਨ ਹੋ, ਇਹ ਤੇ ਬੜੀਆਂ ਜੇਲਾਂ ਕੱਟ ਕੇ ਆਇਆ। ਤਾਂ ਇਹ ਜੇਲ੍ਹ 'ਚ ਰਹੇ। ਉੱਥੇ ਜੋ ਮੈਂ ਇਤਿਹਾਸ ਪੜ੍ਹਿਆ ਇਹਨਾਂ ਦਾ ਸਿੱਖ ਇਨਸਾਈਕਲੋਪੀਡੀਆ ਵਿੱਚ, ਉਹਦੇ 'ਚ ਨਿਕਲ ਆਇਆ ਕਿ ਉੱਥੇ ਵੀ ਜੇਲ੍ਹ 'ਚ ਪਕੜੇ ਗਏ। ਪਕੜ ਕੇ ਜਦੋਂ ਅੰਦਰ ਗਏ ਤਾਂ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਇਹ ਪਗੜੀ ਔਰ ਇਹ ਉਤਾਰੋ। ਇਹਨਾਂ ਨੇ ਕਿਹਾ ਨਹੀਂ, ਇਹ ਮੈਂ ਸਿੱਖਾਂ ਨਹੀਂ। ਇਸੇ ਗੱਲ ਤੇ ਉਹਨਾਂ ਨੇ ਭੁੱਖ ਹੜਤਾਲ ਕੀਤੀ। 16-17 ਦਿਨ ਭੁੱਖੇ ਰਹੇ ਤੇ ਫਿਰ ਉਹ ਸਰਕਾਰ ਮੰਨ ਗਈ, ਇਹਨਾਂ ਨੂੰ ਬਾਹਰ ਕੱਢਦਾ, ਵਾਪਸ ਜਾਓ। ਇਹ ਆ ਗਏ। ਰੰਧਾਵਾ ਜੀ ਇਹ ਬੰਦਾ ਪੋਲੀਟਿਕਸ 'ਚ ਰਿਹਾ। ਇਹ ਇੱਕ ਵਾਰੀ ਮੈਂਬਰ ਪਾਰਲੀਮੈਂਟ ਵੀ ਜਦੋਂ ਪਾਕਿਸਤਾਨ ਬਣਨ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ MP ਬਣ ਗਏ, ਮੈਂਬਰ ਪਾਰਲੀਮੈਂਟ। ਇਹ ਕਾਂਗਰਸ ਨਾਲ ਰਹੇ। ਇਹਨਾਂ ਨੇ 84 ਦੀ ਮੂਵਮੈਂਟ 'ਚ ਅਕਾਲੀ ਦਲ ਦੇ ਦੋ ਹਿੱਸੇ, ਮੈਂ ਇਸੇ ਤੁਹਾਨੂੰ ਦੱਸ ਰਿਹਾ ਕਿ ਇਤਿਹਾਸ ਲੋਕਾਂ ਨੂੰ ਜਾਣੂ ਹੋਵੇ। ਦੋ ਗਰੁੱਪ ਹੋ ਗਏ। ਸਤਾਰਾ ਸਿੰਘ ਗਰੁੱਪ ਜੰਗ ਦੇ ਹੱਕ 'ਚ ਸਿੱਖਾਂ ਨੂੰ ਫੌਜ ਵਿੱਚ ਭਰਤੀ ਹੋਵੇ। ਦੂਜਾ ਕੈਰੋਂ, ਫੇਰੂਮਾਨ, ਨਾਗੋ ਕੇ, ਇਹ ਗਰੁੱਪ ਵੱਖਰਾ ਹੋ ਗਿਆ ਕਿ ਨਹੀਂ ਅਸੀਂ ਤੇ ਗਾਂਧੀ ਨਾਲ ਆ, ਅੰਗਰੇਜ਼ ਨਿਕਲੇਗਾ ਤਾਂ ਹੀ ਦੇਸ਼ ਆਜ਼ਾਦ ਹੋਏਗਾ। ਸੋ ਇਹ ਫੇਰੂਮਾਨ ਵੀ ਉਸ ਗਰੁੱਪ 'ਚ ਸੀ। ਇਹ ਕਾਂਗਰਸ ਵੱਲ ਚਲਾ ਗਿਆ, ਜੇਲ੍ਹ ਕੱਟੀ, ਫਿਰ ਇਹ MP ਬਣ ਗਏ। ਲੇਕਿਨ ਜਦੋਂ ਇਹ ਘਰ ਆ ਕੇ ਚੁੱਪ ਕਰਕੇ ਬੈਠ ਗਿਆ, ਫਿਰ ਇਸਨੇ ਕੋਈ ਐਕਟੀਵਿਟੀ ਕੀਤੀ। ਲੇਕਿਨ ਜਦੋਂ ਸੰਤਾਂ ਨੇ ਹਵਨ ਕੁੰਡ ਦਾ ਕੀਤੀ ਅਰਦਾਸ ਤੋੜੀ, ਤਾਂ ਫਿਰ ਫੇਰੂਮਾਨ ਜੀ ਨੇ ਆ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਕੌਮ ਦੀ ਬਦਨਾਮੀ ਹੋ ਰਹੀ ਹੈ। ਲੋਕ ਕਹਿੰਦੇ ਨੇ ਸਿੱਖਾਂ ਦੀ ਅਰਦਾਸ ਦਾ ਮੁੱਲ ਕੀ ਹੈ। ਕਦੇ ਕਹਿੰਦੇ ਸੀ ਜੀ ਅਰਦਾਸ ਅਕਾਲੀ ਫੂਲਾ ਸਿੰਘ ਨੇ ਕੀਤੀ ਕਿ ਮੈਂ ਤੇ ਹੁਣ ਚਲਿਆ ਨੁਸ਼ਹਿਰੇ ਦੀ ਜੰਗ। ਰਣਜੀਤ ਸਿੰਘ ਨੇ ਮਾਰਜਨ ਰੋਕਿਆ, ਕਹਿੰਦੇ ਨਹੀਂ ਮੈਂ ਅਰਦਾਸ ਕਰ ਚੁੱਕਾ, ਹੁਣ ਮੈਂ ਜੰਗ ਚਲਿਆ, ਸ਼ਹੀਦ ਹੋ ਗਿਆ। ਇੱਕ ਵਾਰੀ ਹਰੀ ਸਿੰਘ ਨਲਵਾ ਨੇ ਜਦੋਂ ਅਟਕ ਦਰਿਆ ਪਾਰ ਕੀਤਾ, ਉਦੋਂ ਵੀ ਸੀ ਕਿ ਅਟਕ ਕਿਵੇਂ ਹੋਏਗਾ, ਉਹ ਕਹਿੰਦੇ ਅਰਦਾਸ ਹੋ ਗਈ। ਸਿੱਖਾਂ ਦਾ ਤੇ ਰਿਹਾ ਵੀ ਜੇ ਅਰਦਾਸ ਹੈ ਤੇ ਸਿਰੇ ਚੜੇ। ਤੇ ਫੇਰੂਮਾਨ ਨੇ ਇਹ ਇੱਕ ਉਸ ਵੇਲੇ ਬਿਆਨ ਦਿੱਤਾ ਕਿ ਸਿੱਖ ਕੌਮ ਦੀ ਬੜੀ ਬਦਨਾਮੀ ਹੋ ਰਹੀ ਹੈ ਔਰ ਮੈਂ ਬਰਦਾਸ਼ਤ ਨਹੀਂ ਕਰਦਾ, ਇਸ ਕਰਕੇ ਮੈਂ ਇਸ ਵਕਤ ਇਹ ਅਰਦਾਸ ਕੀ ਹੈ ਉਹਦੇ ਲਈ ਮੈਂ ਅੱਜ ਭੁੱਖ ਹੜਤਾਲ ਕਰਾਂਗਾ। ਜਦੋਂ ਇਹ ਕਹੀ ਤਾਂ ਉਸ ਵਕਤ ਇਹ ਰੌਲਾ ਪੈ ਗਿਆ ਬੜਾ, ਬਈ ਇਹ ਤੇ ਨੈਚੁਰਲੀ ਯੂ ਕੈਨ ਇਮੈਜਿਨ ਕਿ ਜਿਹੜਾ ਦੇਸ਼ ਜਦੋਂ ਇਹੋ ਜਿਹੀ ਗੱਲ ਹੋਵੇ। ਦੇਖੋ ਭੁੱਖ ਹੜਤਾਲ ਕੀ ਹੈ, ਮੈਂ ਤੁਹਾਨੂੰ ਦੱਸਦੇ ਰੰਧਾਵਾ ਜੀ, ਕਿਉਂਕਿ ਤੁਸੀਂ ਇਤਿਹਾਸ ਦੱਸਦੇ ਹੋ। ਜਿਹੜਾ ਹਿੰਦੁਸਤਾਨ ਵਿੱਚ
ਸਟੇਟਾਂ ਬਣੀਆਂ ਨਾ ਆਨ ਲੈਂਗੁਏਜ ਬੇਸਿਸ, ਤਾਂ ਇੱਕ ਬੰਦੇ ਨੇ ਕੀਤਾ ਕੰਮ, ਉਹ ਹੈ ਰਮੌਲੂ। ਇਹ ਆਂਧਰਾ ਦਾ ਸੀ। ਉਸਨੇ ਭੁੱਖ ਹੜਤਾਲ ਕੀਤੀ ਕਿ ਆਂਧਰਾ ਸਟੇਟ ਬਣਾਓ ਜੀ। ਪਹਿਲਾ ਬੰਦਾ ਹਿੰਦੁਸਤਾਨ ਵਿੱਚ। ਇਹ ਉਸਨੇ ਭੁੱਖ ਹੜਤਾਲ ਕੀਤੀ ਹੈਦਰਾਬਾਦ ਕਿ ਆਂਧਰਾ ਵੱਖਰਾ ਕਰੋ। ਹੈਦਰਾਬਾਦ ਵੱਖਰਾ ਪਹਿਲਾਂ ਸਟੇਟ ਸੀ, ਫਿਰ ਇਹ ਸੂਬਾ ਬਣ ਗਿਆ। ਉਹ ਭੁੱਖ ਹੜਤਾਲ ਵਿੱਚ 60ਵੇਂ ਦਿਨ ਮਰ ਗਿਆ। ਸਾਰੇ ਆਂਧਰਾ 'ਚ ਰਾਈਟ ਹੋ ਗਏ। ਇਤਨਾ ਤਬਾਹੀ ਹੋਈ ਕਿ ਨਹਿਰੂ ਵਰਗਾ ਬੰਦਾ ਡਰ ਗਿਆ। ਉਹਨੇ ਉੱਥੇ ਐਲਾਨ ਕਰਤਾ ਆਂਧਰਾ ਮੈਂ ਬਣਨਾ। ਇੱਕ ਬੰਦੇ ਦੀ ਭੁੱਖ ਹੜਤਾਲ ਮਰਨ ਨਾਲ ਆਂਧਰਾ ਬਣਿਆ। ਆਂਧਰਾ ਦੇ ਬਣਨ ਨਾਲ ਨਹਿਰੂ ਨੇ ਫਿਰ ਐਲਾਨ ਕੀਤਾ ਕਿ ਸਾਰੀਆਂ ਸਟੇਟਾਂ ਦਾ ਰੀਅਰਗਨਾਈਜੇਸ਼ਨ ਹੋਏਗਾ ਲੈਂਗੁਏਜ ਦੀ ਬੇਸ ਤੇ ਉਹ ਫਿਰ ਰੀਅਰਗਨਾਈਜੇਸ਼ਨ ਕਮਿਸ਼ਨ ਬਣਿਆ ਉਸ ਬੰਦੇ ਕਰਕੇ। ਸੋ ਭੁੱਖ ਹੜਤਾਲ ਕਰਕੇ ਇੱਕ ਬੰਦਾ ਜਦੋਂ ਮਰਦਾ ਤਾਂ ਉਹਦਾ ਇਹ ਹੁੰਦਾ ਕਿ ਲੇਕਿਨ ਉਹ ਤੁਹਾਨੂੰ ਪੰਜਾਬੀ ਸਬਰ ਨਾ ਮਿਲਿਆ, ਲੇਕਿਨ ਬਾਕੀ ਸਾਰਾ ਇੰਡੀਆ, ਚਾਹੇ ਮਹਾਰਾਸ਼ਟਰ ਬਣਿਆ, ਗੁਜਰਾਤ ਬਣਿਆ, ਜਿਤਨੇ ਸਟੇਟਾਂ ਬਣੀਆਂ, ਮੱਧ ਪ੍ਰਦੇਸ਼ ਬਣਿਆ, ਇਹ ਸਾਰੀਆਂ ਉਸ ਗੱਲ ਤੋਂ ਬਾਅਦ ਬਣੀਆਂ। ਲੇਕਿਨ ਫੇਰੂਮਾਨ ਨੇ ਸਾਰੀਆਂ ਗੱਲਾਂ ਬੋਲੀਆਂ ਕਿ ਮੈਂ ਜੋ ਇਤਿਹਾਸ ਪੜ੍ਹਿਆ, ਤਾਂ ਉਹਨਾਂ ਨੇ ਫਿਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਇਕੱਲੇ ਨੇ, ਅਕਾਲੀ ਦਲ ਸੰਤ ਫਤਿਹ ਸਿੰਘ ਪ੍ਰਧਾਨ ਸੀਗੇ, ਤੇ ਉਹਨਾਂ ਨੇ ਸੋਚਿਆ ਮੈਂ ਹੁਣ ਕੀ ਕਰਾਂ, ਕੁਛ ਨਹੀਂ ਕੀਤਾ। ਤੇ ਸਰ ਗੁਰਨਾਮ ਸਿੰਘ ਉਸ ਵੇਲੇ ਮੁੱਖ ਮੰਤਰੀ ਸਨ। ਗੁਰਨਾਮ ਸਿੰਘ ਜੀ 2 ਵਾਰੀ ਮੁੱਖ ਮੰਤਰੀ ਬਣੇ। ਇੱਕ ਵਾਰੀ ਬਣੇ ਅਪ੍ਰੈਲ 67, ਉਹ ਫਿਰ ਲਛਮਣ ਸਿੰਘ ਗਿੱਲ ਨੇ ਤੋੜਤਾ। ਫਿਰ ਪ੍ਰਧਾਨ ਰਾਜ ਆਇਆ, ਫਿਰ ਬਣੇ, ਉਹ ਦੁਬਾਰਾ ਫਿਰ ਬਣ ਗਏ। ਇਹ 69 ਦੀ ਗੱਲ ਹੈ। ਸਰ ਗੁਰਨਾਮ ਸਿੰਘ ਵਾਸ ਚੀਫ ਮਿਨਿਸਟਰ। ਤਾਂ ਉਹਨਾਂ ਨੇ ਇਸ ਗੱਲ ਨੂੰ ਸੋਚਿਆ ਵੀ ਇਹ ਤੇ ਹੁਣ ਕੀ ਹੋਣ ਲੱਗਾ, ਉਹ ਚੁੱਪ ਰਹੇ। KS ਬੈਂਸ IAS ਇਹ DC ਅੰਮ੍ਰਿਤਸਰ ਸੀ ਉਦੋਂ। ਤੇ ਇਹਨੇ ਪੁੱਛਿਆ ਜੀ ਕੀ ਕਰਾਂ, ਮੈਨੂੰ ਦੱਸੋ। ਉਹ ਕਹਿੰਦੇ ਕੁਛ ਨਹੀਂ ਕਰਨਾ, ਇਹਨੂੰ ਚੁੱਪ ਚਪੀਤੇ ਇਦਾਂ ਹੀ ਚੱਲਣ ਦਿਓ, ਬਹੁਤੀ ਪਬਲਿਸਿਟੀ ਨਾ ਹੋਵੇ। ਇਹ ਉਸ ਵਕਤ ਇਹ ਕੀਤਾ ਗਿਆ। ਸੋ ਫੇਰੂਮਾਨ ਜੀ ਨੇ ਅਰਦਾਸ ਕਰਕੇ ਕਿ ਮੈਂ ਹੁਣ, ਉਹ ਜਾ ਕੇ ਜੇਲ੍ਹ ਦੇ ਬਾਹਰ ਬਹਿ ਗਏ। ਇਹਨਾਂ ਨੇ ਆਪਣਾ ਭੁੱਖ ਹੜਤਾਲ ਸ਼ੁਰੂ ਕੀਤੀ ਤੇ ਉਹ ਉਸ ਭੁੱਖ ਹੜਤਾਲ ਦੀ ਡੇਟ ਹੈ, ਇਹਨਾਂ ਨੇ ਕੀਤੀ 15 ਅਗਸਤ 1969 ਨੂੰ। ਜੀ ਫੇਰੂਮਾਨ ਜੀ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੈਨੂੰ ਹਿੰਮਤ ਦੇ 84 ਸਾਲ ਦੀ ਉਮਰ ਕਿ ਮੈਂ ਗੁਰੂ ਮਹਾਰਾਜ ਇਸ ਅਰਦਾਸ ਕਿ ਚੰਡੀਗੜ੍ਹ ਨਹੀਂ ਮਿਲਿਆ ਔਰ ਸਾਡੇ ਲੀਡਰ ਪਹਿਲਾਂ ਮੁੱਕਰ ਗਏ, ਤੇ ਮੈਂ ਅੱਜ ਅਰਦਾਸ ਨੂੰ ਸੱਚੀ ਕਰਨ ਲਈ ਅੱਜ ਭੁੱਖ ਹੜਤਾਲ ਤੇ ਬੈਠਾ। ਸੋ ਜਦੋਂ ਇਹ ਬੈਠ ਗਏ, ਅਕਾਲੀ ਪਾਰਟੀ ਨੇ, ਮੈਨੂੰ ਜਿਹੜਾ ਸਭ ਤੋਂ ਵੱਡਾ ਗਿਲਾ ਹੈ ਕਿ ਇਸ ਨੂੰ ਕੋਈ ਉਤਸ਼ਾਹ ਨਾ ਦਿੱਤਾ। ਸੰਤ ਫਤਿਹ ਸਿੰਘ ਤੇ ਮਿਲਣ ਵੀ ਨਹੀਂ ਗਏ। ਅਕਾਲੀ ਦਲ ਸਾਰਾ ਕਾਇਮ, ਲੇਕਿਨ ਮਜ਼ਾਲ ਹੈ ਕਿਸੇ ਨੇ ਉਸ ਵਕਤ ਉਹਨਾਂ ਨੂੰ ਕੋਈ ਸਪੋਰਟ ਕੀਤੀ ਹੋਵੇ। ਆਮ ਲੋਕਾਂ 'ਚ ਚਰਚਾ ਹੋਈ। ਸਰ ਕਪੂਰ ਸਿੰਘ, ਗਿਆਨ ਸਿੰਘ ਰਾੜੇਵਾਲਾ, ਇਹ 2 ਉਸ ਵਕਤ ਸਿੱਖ ਲੀਡਰ ਸਨ। ਉਹਨਾਂ ਦੋਵਾਂ ਨੇ ਇਹਨਾਂ ਦੀ ਸਪੋਰਟ ਕੀਤੀ। ਸਰ ਕਪੂਰ ਸਿੰਘ ਦੇ ਅਖਬਾਰ 'ਚ ਬਿਆਨ ਵੀ ਆਏ, ਉਹ ਨਾਲ ਖੜੇ ਵੀ ਰਹੇ, ਕਈ ਵਾਰੀ ਮਿਲ ਕੇ ਆਏ। ਉਹਨਾਂ ਦੀ ਇੱਕ ਚਿੱਠੀ ਵੀ ਜਿਹੜੀ ਫੇਰੂਮਾਨ ਨੇ ਅਖੀਰਲੀ ਲਿਖੀ, ਉਹ ਸਰ ਕਪੂਰ ਸਿੰਘ ਦੀ ਡਰਾਫਟ ਕੀਤੀ ਹੈ, ਉਹ ਹੋਈ। ਰੰਧਾਵਾ ਜੀ ਫੇਰੂਮਾਨ ਜੀ ਨੂੰ ਵਰਤ ਤੋੜਨ ਲਈ ਬੜਾ ਜ਼ੋਰ ਲਾਇਆ ਗਿਆ। ਕਈ ਵੱਡੇ ਵੱਡੇ ਧਾਰਮਿਕ ਆਗੂ ਉਹਨਾਂ ਕੋਲ ਗਏ ਕਿ ਅਸੀਂ ਤੁਹਾਡੇ ਕੋਲ ਖੜੇ ਆ, ਅਰਦਾਸ ਕਰ ਲੈਂਦੇ ਆ, ਅਸੀਂ ਜ਼ਿੰਮੇਵਾਰੀ ਲੈਂਦੇ ਆ। ਉਹ ਕਹਿੰਦਾ ਮੈਨੂੰ ਨਹੀਂ, ਮੈਨੂੰ ਚਿੱਠੀ ਲਿਆ ਦਿਓ ਵੀ ਚੰਡੀਗੜ੍ਹ ਪੰਜਾਬ ਨੂੰ ਐਲਾਨ ਹੋ ਗਿਆ, ਨਹੀਂ ਤਾਂ ਮੈਂ ਅਰਦਾਸ ਨਹੀਂ ਤੋੜਨੀ। ਇਹ ਰੰਧਾਵਾ ਜੀ, ਇਹ ਹੈ ਦਰਸ਼ਨ ਸਿੰਘ ਫੇਰੂਮਾਨ, ਜਿਹਨੂੰ ਅੱਜ ਯਾਦ ਕਰਨ ਲਈ, ਕਿਉਂਕਿ ਉਹਨਾਂ ਦਾ ਸ਼ਹਾਦਤ ਦਾ ਦਿਨ ਹੈ, ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ। ਤੇ ਉਸ ਨੇ, ਫੇਰੂਮਾਨ ਜੀ ਨੇ 84 ਸਾਲ ਦੀ ਉਮਰ 'ਚ ਇਹ 15 ਅਗਸਤ ਨੂੰ ਰੱਖਿਆ ਸੀ, ਤੇ ਆ ਕੇ 26 ਅਕਤੂਬਰ ਨੂੰ ਅਖੀਰ ਉਹ ਸ਼ਹਾਦਤ ਦੇ ਗਏ। ਜੀ ਲਗਭਗ 3 ਮਹੀਨੇ ਇਸ ਬੰਦੇ ਨੇ, ਇਸ ਉਮਰ 84 ਸਾਲ, ਇੰਨੇ ਦਿਨ, ਔਰ ਬਿਲਕੁਲ ਭੁੱਖ ਹੜਤਾਲ ਵੀ ਐਸੀ ਕਿ ਸਾਰੀ ਦੁਨੀਆ ਹੈਰਾਨ ਹੋ ਗਈ, ਕਿਉਂਕਿ ਓਪਨ ਬਾਰ ਬੈਠੇ ਸੀ। ਚੁੱਕ ਕੇ ਪਹਿਲਾਂ ਲਿਆਏ, ਕੀਤਾ, ਬੜਾ ਕੁਝ ਕੀਤਾ। ਉਹਨੇ ਕਿਹਾ ਮੈਂ ਨਹੀਂ। ਇਹ ਵੀ ਕੋਸ਼ਿਸ਼ ਕੀਤੀ ਗਈ ਕਿ ਸ਼ਾਇਦ ਮੈਡੀਕਲੀ ਇਹਨਾਂ ਨੂੰ ਕੁਝ ਕੀਤਾ ਜਾਵੇ। ਹੀ ਰਿਫਿਊਜ਼, ਨੋ ਅਸਿਸਟੈਂਸ ਮੈਡੀਕਲ, ਨਥਿੰਗ। ਮੈਂ ਤੇ ਅਰਦਾਸ ਕੀਤੀ ਹੈ, ਇਹ ਸੱਚੇ ਪਾਤਸ਼ਾਹ ਮੇਰੀ ਅਰਦਾਸ ਪੂਰੀ ਕਰ। ਮੈਂ ਹੈਰਾਨ ਹਾਂ, ਉਸ ਵਕਤ ਦਾ ਕੋਈ ਅਖਬਾਰ ਪੜ੍ਹੋ, ਇਤਿਹਾਸ ਪੜ੍ਹੋ, ਤੇ ਸਾਰੀ ਸਿੱਖ ਕੌਮ ਵਰਲਡ ਵਾਈਡ ਇਹ ਹੋਇਆ ਕਿ ਅਰਦਾਸ ਦੀ ਮਹੱਤਤਾ ਕੀ ਹੈ। ਹੀ ਸਟੂਡ ਔਨ ਦਿਸ ਕਿ ਸਿੱਖ ਦੀ ਅਰਦਾਸ ਗੁਰੂ ਅੱਗੇ ਜਦੋਂ ਅਰਪਣ ਹੁੰਦੀ ਹੈ ਤਾਂ ਉਹ ਇਸ ਤਰ੍ਹਾਂ ਹੋਣੀ ਚਾਹੀਦੀ। ਅੱਛਾ, ਮੈਨੂੰ ਸਰਦਾਰ ਸਾਹਿਬ ਇਹ ਦੱਸਿਓ ਕਿ ਉਦੋਂ ਸਰਕਾਰ ਕਿਹਨਾਂ ਦੀ ਸੀ? ਉਦੋਂ ਅੱਜ ਕੱਲ ਤਾਂ ਕੋਈ ਇਸ ਤਰ੍ਹਾਂ ਦੀ ਸਥਿਤੀ 'ਚ ਹੁੰਦਾ ਤੇ ਉਹਨੂੰ ਚੱਕ ਕੇ ਲੈ ਜਾਂਦੇ ਆ, ਉਹਨੂੰ ਮੈਡੀਕਲ ਟ੍ਰੀਟਮੈਂਟ ਰਾਹੀਂ ਬਚਾ ਲਿਆ ਜਾਂਦਾ ਹੈ, ਜਾਂ ਉਹਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਦੀ ਇੱਛਾ ਦੇ ਖਿਲਾਫ ਵੀ ਉਹਦਾ ਇਲਾਜ ਕਰਤਾ ਜਾਂਦਾ, ਜਾਂ ਉਹਨੂੰ ਕਿਸੇ ਤਰੀਕੇ ਦਾ ਗਲੂਕੋਜ਼ ਲਗਾਤਾ ਜਾਂਦਾ ਹੈ। ਕਿਹੜੀ ਸਰਕਾਰ ਸੀ ਜਿਹੜੀ ਇੰਨੀ ਨਰਮੋਈ ਸੀ ਕਿ ਉਹਨੇ ਐਫਰਟਸ ਹੀ ਨਹੀਂ ਲਾਏ, ਔਰ
ਦੂਜੇ ਬੰਨੇ ਕੇਂਦਰ ਦਾ ਇੰਨਾ ਬੇਮੁਖਤਾ ਵਾਲਾ ਰਵੱਈਆ ਕਿ ਬੰਦੇ ਦੀਆਂ ਮੰਗਾਂ ਨਾ ਮੰਨੀਆਂ, ਜਾਨ ਚਲੇਗੀ। ਲੇਕਿਨ ਤੀਜਾ ਸਵਾਲ ਕਿ ਜੇਕਰ ਜਾਨ ਚਲੇਗੀ, ਸ਼ਹਾਦਤ ਹੋ ਗਈ, ਉਸ ਤੋਂ ਬਾਅਦ ਤਾਂ ਫਿਰ ਰਿਵੋਲਟ ਹੋਣਾ ਚਾਹੀਦਾ ਸੀ, ਇੱਕ ਐਜੀਟੇਸ਼ਨ ਹੋਣੀ ਚਾਹੀਦੀ ਸੀ, ਉਹ ਵੀ ਕੋਈ ਨਾ ਹੋਈ। ਮੈਂ ਇਹ ਸਮਝਦਾ ਜੀ ਕਿ ਬੜਾ ਤੁਹਾਡਾ ਪਾਰਟਿਕੂਲਰ ਸਵਾਲ ਹੈ, ਜਿਹੜੀ ਸਾਰੀ ਸਿੱਖ ਕੌਮ ਤੇ ਸਾਰੇ ਪੰਜਾਬ ਵਾਸੀ ਜ਼ਰੂਰ ਇਹਦਾ ਜਵਾਬ ਸੁਣੋ। ਜਸਟਿਸ ਗੁਰਨਾਮ ਸਿੰਘ ਅਕਾਲੀ ਉਸ ਵਕਤ ਦਾ ਮੁੱਖ ਮੰਤਰੀ ਸੀ ਔਰ ਦੂਜੀ ਵਾਰ ਬਣਿਆ। ਸੰਤ ਫਤਿਹ ਸਿੰਘ ਦਾ ਬੋਲਬਾਲਾ ਸੀ। ਜਿਹੜੀ ਅਸਲ ਮੈਂ ਸਮਝਦਾ ਗਦਾਰੀ ਕੌਮ ਨਾਲ ਤੇ ਇਸ ਸਿਧਾਂਤ ਨਾਲ ਤਾਂ ਅਕਾਲੀ ਦਲ ਤੇ ਸੀਐਮ ਪੰਜਾਬ ਨੇ ਕੀਤੀ ਕਿ ਉਹਨਾਂ ਨੇ ਇਸ ਸ਼ਹਾਦਤ ਨੂੰ ਇੰਨਾ ਦਬਾ ਦਿੱਤਾ ਕਿ ਤੁਸੀਂ ਅਗਲੀ ਗੱਲ ਸੁਣ ਕੇ ਹੈਰਾਨ ਹੋਵੋਗੇ ਕਿ ਡੀਸੀ ਬੈਂਸ ਨੂੰ ਆਰਡਰ ਹੋਇਆ ਕਿ ਇਹਨੂੰ ਚੁੱਕ ਕੇ ਜਲਦੀ ਜਾ ਕੇ ਫੇਰੂਮਾਨ ਪਿੰਡ ਸੰਸਕਾਰ ਕਰ ਦਿਓ, ਪਬਲਿਕ ਨਾ ਜਾਣ ਦਿਓ। ਅੱਛਾ, ਸਿਰਫ ਪਿੰਡ ਦਾ ਉਹਨਾਂ ਦੀ ਫੈਮਿਲੀ ਅਲਾਉਡ ਹੋਈ ਔਰ ਕੋਈ ਇਲਾਕੇ ਦਾ ਬੰਦਾ ਨਹੀਂ ਜਾਏਗਾ। ਇਤਨੀ ਸਖਤ ਆਰਡਰ ਕੀਤੇ। ਮੈਂ ਇਸ ਕਰਕੇ ਕਹਿਣਾ ਚਾਹੁੰਦਾ ਕਿ ਜੇ ਸਰਕਾਰ ਚਾਹੁੰਦੀ, ਅਕਾਲੀ ਦਲ ਚਾਹੁੰਦਾ ਤਾਂ ਇਹਨੂੰ ਰਮੋਲੂ ਵਾਲੋਂ ਅੰਦਰਾ ਵਾਂਗੂ ਇਹਨੂੰ ਉਸ ਤਰ੍ਹਾਂ ਹੀ ਪੇਸ਼ ਕਰਦੇ। ਸਾਰਾ ਪੰਜਾਬ ਹੀ ਰਿਵੋਲਟ ਹੋ ਗਿਆ, ਸ਼ਹੀਦ ਹੋਇਆ। ਇਹਨਾਂ ਦਾ ਪ੍ਰੈਸ਼ਰ ਹੀ ਨਹੀਂ ਮਿਲਦਾ। ਆਈ ਥਿੰਕ ਦਿਸ ਵਾਸ ਦਾ ਬਿਗੇਸਟ ਪ੍ਰੈਸ਼ਰ ਚਾਂਸ ਜਿਹੜਾ ਕਿ ਅਕਾਲੀ ਦਲ ਨੇ ਅਵੇਲ ਨਹੀਂ ਕੀਤਾ। ਮੈਂ ਇਸ ਕਰਕੇ ਅੱਜ ਕਹਿ ਰਿਹਾ ਕਿ ਇਹ ਜਿਹੜੀ ਸਾਡੀ ਉਸ ਵਕਤ ਦੀ ਅਣਗਹਿਲੀ ਕਹਿ ਲਓ ਜਾਂ ਕੋਈ ਹੋਰ ਵਰਡ ਲੈ ਲਓ, ਮੈਂ ਬਹੁਤਾ ਸਖਤ ਨਹੀਂ ਬੋਲਣਾ ਚਾਹੁੰਦਾ, ਲੇਕਿਨ ਇਹ ਇਤਿਹਾਸ ਹੈ ਕਿ ਸਰਕਾਰ ਅਕਾਲੀ ਹੋਵੇ, ਅਕਾਲੀ ਦਲ ਦਾ ਸਰਬਰਾਹ ਸੰਤ ਫਤਿਹ ਸਿੰਘ ਹੋਵੇ ਤੇ ਇਹ ਉਸ ਵਕਤ ਇਸ ਸਾਡੇ ਇਸ ਸ਼ਹੀਦ, ਮੈਂ ਇਹਨੂੰ ਸਹੀ ਰੂਪ ਵਿੱਚ ਸ਼ਹੀਦ ਮੰਨਦਾ। ਸ਼ਹੀਦ ਤੇ ਕਹਾਉਣਾ ਅੱਜ ਕੱਲ੍ਹ ਜਿਵੇਂ ਤੁਸੀਂ ਕਿਹਾ ਕੋਈ ਪਤਾ ਹੀ ਲੱਗਦਾ, ਜਿਹਨੂੰ ਮਰਜ਼ੀ ਸ਼ਹੀਦ ਕਹੀ ਜਾਓ, ਲੇਕਿਨ ਇਹ ਹੈ ਸਾਡੀ ਕੌਮ ਦੇ ਸਾਹਮਣੇ ਇਤਿਹਾਸ ਜਿਹਦੀ ਅੱਜ ਮੈਂ ਦੂਜੀ ਹੈਰਾਨਗੀ ਇਹ ਹੈ ਕਿ ਸੰਸਕਾਰ ਤੇ ਕਪੂਰ ਸਿੰਘ ਰਾੜੇਵਾਲਾ ਜਾ ਰਹੇ ਸੀ, ਪੁਲਿਸ ਨੇ ਰੋਕ ਲਏ ਜੀਟੀ ਰੋਡ ਤੇ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ, ਅਰੈਸਟ ਕੀਤਾ। ਰਾੜੇਵਾਲਾ ਦਾ ਮੁਕੱਦਮਾ ਬਣਿਆ, ਲੇਕਿਨ ਇਹ ਕਿਵੇਂ ਨੇ ਕਿਵੇਂ ਉੱਥੇ ਪਹੁੰਚ ਕੇ ਨਾਲ ਖੜੇ ਹੋਏ ਤੇ ਸੰਸਕਾਰ ਹੋਇਆ। ਲੇਕਿਨ ਸਿੱਖ ਇਤਿਹਾਸ ਵਿੱਚ ਇਹ ਜੋ ਮੈਂ ਸਮਝਦਾ ਜਿਹੜੀ ਇਹ ਵਾਕਿਆ ਹੈ, ਇਹਨੂੰ ਮੈਂ ਯਾਦ ਕਰੀਏ। ਇਹਨਾਂ ਕੌਮ ਦੇ ਲੀਡਰਾਂ ਦੀਆਂ ਬੜੀਆਂ ਗਲਤੀਆਂ, ਇੰਤਹਾ ਗਲਤੀਆਂ, ਕਿਵੇਂ ਕਿਵੇਂ ਕੌਮ ਦਾ ਲੀਡਰਾਂ ਨੇ ਗਦਾਰੀ ਕੀਤੀ, ਸਰਕਾਰਾਂ ਨੇ ਕੀਤੀ। ਉਹ ਤੁਸੀਂ ਰੋਜ਼ ਸੁਣਦੇ ਹੋ, ਕਰਦੇ ਹੋ, ਤੁਸੀਂ ਤੇ ਇਤਿਹਾਸ ਨੂੰ ਲੋਕਾਂ ਸਾਹਮਣੇ ਦੱਸ ਰਹੇ ਹੋ ਕਿ ਸਾਡੀਆਂ ਜਦੋਂ ਵੀ ਸਰਕਾਰਾਂ ਆਈਆਂ ਅਸੀਂ ਕੀ ਕੀ ਕੌਮ ਨਾਲ ਕੀ ਕੀ ਸਾਡੇ ਗੁਨਾਹ ਹੈ, ਜਿਹੜਾ ਕਿ ਕੌਮ ਨੇ ਢੱਕ ਕੇ ਰੱਖੇ, ਪਰਦਾ ਫਾਸ਼ ਨਹੀਂ ਹੋਇਆ। ਤਾਂ ਉਹਨਾਂ 'ਚ ਸਭ ਤੋਂ ਵੱਡਾ ਇਹ ਮੈਂ ਗੁਨਾਹ ਮੰਨਦਾ ਕਿ ਇਹ ਵਾਕਿਆ ਹੋਇਆ। ਔਰ ਉਸ ਤੋਂ ਬਾਅਦ ਸੰਤ ਨੂੰ ਫਤਿਹ ਸਿੰਘ ਨੂੰ ਸ਼ਰਮ ਆਈ, ਇਹਨੇ ਇਸ ਤੋਂ ਬਾਅਦ ਫਿਰ ਉਹ ਐਲਾਨ ਕਰਤਾ ਕਿ ਮੈਂ ਤੇ ਜੀ ਚੰਡੀਗੜ੍ਹ ਲੈ ਕੇ, ਫਿਰ ਉਹ ਕੁੰਡਾਂ ਦੀ ਗੱਲ ਸ਼ੁਰੂ ਹੋ ਗਈ। ਉਹ ਮੇਰੇ ਉਸ ਵਕਤ ਫਿਰ ਪਬਲਿਸਿਟੀ ਗੁਰਨਾਮ ਸਿੰਘ ਜੀ ਨੇ ਕੀ ਕੀਤਾ, ਨਹਿਰੂ ਕੋਲ ਚਲੇ ਗਏ ਜੀ ਸਾਡੇ ਸੰਤ ਜੀ ਮਰਨ ਲੱਗੇ, ਬਚਾਓ। ਉਥੋਂ ਇੱਕ ਐਲਾਨਨਾਮਾ ਲਿਆਏ। ਇਹ ਯਾਦ ਰੱਖਿਓ ਇਤਿਹਾਸ ਵਿੱਚ ਇਹ ਅੱਜ ਤੱਕ ਕਿਸੇ ਨੇ ਉਜਾਗਰ ਨਹੀਂ ਕੀਤਾ ਕਿ ਜਸਟਿਸ ਗੁਰਨਾਮ ਸਿੰਘ ਨੇ ਮੀਟਿੰਗ ਕਰਨ ਤੋਂ ਬਾਅਦ ਐਗਰੀਮੈਂਟ ਕਰਾ ਲਿਆ। ਇਹ ਐਗਰੀਮੈਂਟ ਹੋਇਆ ਕਿ ਚੰਡੀਗੜ੍ਹ ਪੰਜਾਬ ਨੂੰ, ਫਾਜ਼ਿਲਕਾ ਅਬੋਹਰ ਹਰਿਆਣੇ। ਇਹ ਐਲਾਨਨਾਮਾ ਦਿੱਲੀ ਹੋ ਗਿਆ ਜੇ, ਇਹ ਰਿਕਾਰਡ ਤੇ ਜੇ ਜੀ ਕਿ ਜਸਟਿਸ ਗੁਰਨਾਮ ਸਿੰਘ ਐਜ਼ ਚੀਫ ਮਿਨਿਸਟਰ ਮੇਡ ਦਿਸ ਅਨਾਉਂਸਮੈਂਟ ਕਿ ਕੱਲ ਦੀਪਮਾਲਾ ਕਰੋ ਪੰਜਾਬ ਵਿੱਚ ਕਿ ਚੰਡੀਗੜ੍ਹ ਮਿਲ ਗਿਆ। ਉਹਨੇ ਕਿਹਾ ਜੀ ਉਹ ਫਾਜ਼ਿਲਕਾ ਉਹ ਛੱਡੋ ਜੀ, ਛੋਟਾ ਜਿਹਾ ਇਲਾਕਾ ਚਲਾ ਗਿਆ ਤਾਂ ਕੀ ਹੈ, ਚੰਡੀਗੜ੍ਹ ਦੇ ਸਾਹਮਣੇ ਉਹ ਕੀ ਚੀਜ਼ ਹੈ। ਸੋ ਇਹ ਐਲਾਨਨਾਮਾ ਹੋ ਗਿਆ। ਉਸ ਐਲਾਨਨਾਮਾ ਕਰਕੇ ਸੰਤ ਫਤਿਹ ਸਿੰਘ ਜੀ ਨੇ ਅਰਦਾਸ ਤੋੜ ਦਿੱਤੀ। ਉਹ ਕੁੰਡ ਦੇ ਕੁੰਡ ਉੱਥੇ ਹੀ ਖੜੇ ਰਹਿ ਗਏ, ਤੇਲ ਨਾਲ ਦੇ ਟੀਨ ਭਰੇ ਰਹਿ ਗਏ। ਔਰ ਸੰਤ ਜੀ ਕਹਿ ਮਿਲ ਗਿਆ ਨਾ, ਚੰਡੀਗੜ੍ਹ ਮਿਲਿਆ, ਕਿਉਂਕਿ ਜਿਹੜਾ ਫਾਜ਼ਿਲਕਾ ਅਬੋਹਰ ਦੀ ਐਸੀ ਹਵਾ ਉੱਠੀ ਲੋਕਾਂ 'ਚ ਕਿ ਬਿਲਕੁਲ ਫਾਜ਼ਿਲਕਾ ਅਬੋਹਰ ਨਹੀਂ ਦੇਣਾ। ਫਿਰ ਗੁਰਨਾਮ ਸਿੰਘ ਨੂੰ ਆਪਣਾ ਬਿਆਨ ਵਾਪਸ ਲੈਣਾ ਪਿਆ, ਇੰਨਾ ਪ੍ਰੈਸ਼ਰ ਪੈ ਗਿਆ। ਫਿਰ ਨਾ ਚੰਡੀਗੜ੍ਹ ਆਇਆ, ਇਹ ਹੀ ਦੁਬਾਰਾ ਚੰਡੀਗੜ੍ਹ ਬਰਨਾਲਾ ਸਾਹਿਬ ਨੂੰ ਮਿਲਦਾ ਸੀ। ਯਾਦ ਹੈ 26 ਜਨਵਰੀ ਨੂੰ ਜਿਹੜਾ ਇਹ 66 'ਚ ਮਿਲਣਾ ਸੀ, ਉਦੋਂ ਬਰਨਾਲਾ ਸਾਹਿਬ ਨੇ ਕੁਛ ਨਾ ਕੀਤਾ। 86 ਮੈਂ ਉਹ ਵੀ ਕਹਿਣ ਲੱਗਾ, ਉਦੋਂ ਹੋ ਗਿਆ। ਸੋ ਸਾਡੇ ਜਿਹੜੇ ਲੀਡਰਾਂ ਦੀਆਂ ਕੌਮ ਨਾਲ ਗਦਾਰੀਆਂ, ਕੌਮ ਨੂੰ ਭੁਲੇਖੇ ਪਾ ਕੇ ਆਪਣੀ ਵਜ਼ਾਰਤ ਬਚਾਉਣ ਲਈ, ਮੈਂ ਇਹ ਸਮਝਦਾ, ਮੈਂ ਬੈਂਸ ਸਾਹਿਬ ਨੂੰ ਬੜੀ ਵਾਰੀ ਪੁੱਛਿਆ, ਮੈਂ ਕਿਹਾ ਤੁਸੀਂ ਬੋਲੋ। ਉਹ ਕਹਿੰਦੇ ਜੀ ਗੁਰਨਾਮ ਸਿੰਘ ਦਾ ਜੋ ਆਰਡਰ ਹੈ ਮੁੱਖ ਮੰਤਰੀ, ਮੈਂ ਕੀ ਕਰਦਾ। ਉਹਨੇ ਕਿਹਾ ਇਸ ਤਰ੍ਹਾਂ ਰੱਖੋ। ਸੋ ਇਹ ਅੱਜ ਦੇ ਦਿਨ ਮੈਂ ਤੇ ਸਿਰਫ ਕੌਮ ਨੂੰ ਕਿ ਸ਼ਹੀਦ ਨੂੰ ਯਾਦ ਕਰੋ। ਇੱਕੋ ਕਰਤਾਰ ਸਿੰਘ ਦਰਵੇਸ਼ ਮੈਂ ਨਿਕਲਿਆ ਸੰਗਰੂਰ, ਜਿਹਨੇ ਫੇਰੂਮਾਨ ਦਾ ਬੁੱਤ ਲਾ ਰੱਖਿਆ ਉਸੇ ਬਾਜ਼ਾਰ, ਵਰਨਾ ਫੇਰੂਮਾਨ ਨੂੰ ਅਕਾਲੀ ਦਲ ਨੇ, ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਕਿਧਰੇ ਯਾਦ ਵੀ ਨਹੀਂ ਕੀਤਾ, ਕਦੇ ਕੋਈ ਦਿਨ ਵੀ ਨਹੀਂ ਮਨਾਇਆ, ਕਦੇ ਕਿਸੇ ਨੇ ਯਾਦ ਨਹੀਂ ਵੀ ਇਹ ਸਿੱਖ ਕੌਮ ਦਾ ਇਹ ਅਸਲ ਸ਼ਹੀਦ ਹੈ। ਸੋ ਅੱਜ ਮੈਂ ਤੁਹਾਡੇ ਰਾਹੀਂ ਤੁਹਾਡੇ ਸਾਰੇ ਸੁਣਨ ਵਾਲੇ ਲੱਖਾਂ ਲੋਕਾਂ ਨੂੰ ਯਾਦ ਕਰਾਉਣਾ, ਭਰਾਵੋ ਅੱਜ ਅਰਦਾਸ ਕਰ ਲਓ ਵੀ ਜਿੱਥੇ ਤੂੰ ਹੈ ਸੱਚੇ ਪਾਤਸ਼ਾਹ, ਤੂੰ ਕੌਮ ਲਈ ਇਹ ਕਰ ਗਿਆ। ਲੀਡਰਾਂ ਨੇ ਜੋ ਕੀਤਾ ਉਹ ਵੀ ਯਾਦ ਰੱਖਿਓ, ਕਿਉਂਕਿ ਇਹ ਲੀਡਰਸ਼ਿਪ ਜਿਹੜੀ ਗੁਨਾਹ ਹੈ
ਇਹ ਜ਼ਰੂਰ ਯਾਦ ਕਰਿਓ ਤਾਂ ਕਿ ਮੁੜ ਕੇ ਰਿਪੀਟ ਨਾ ਹੋ। ਜੀ ਸਾਨੂੰ ਲੀਡਰ ਕਿਵੇਂ ਭੁਲੇਖੇ ਪਾਉਂਦੇ ਨੇ, ਉਹ ਤੁਹਾਡੇ ਰਾਹੀਂ ਜੋ ਇਤਿਹਾਸ ਤੁਸੀਂ ਦੱਸ ਰਹੇ ਹੋ, ਉਹ ਮੈਂ ਕਹਿਣਾ ਚਾਹੁੰਦਾ ਇਹ ਵੀ ਹਮੇਸ਼ਾ ਯਾਦ ਰੱਖਿਓ ਤਾਂ ਕਿ ਮੁੜ ਕੇ ਉਹ ਗਲਤੀਆਂ ਨਾ। ਸਰਦਾਰ ਸਾਹਿਬ ਬਹੁਤ ਮਿਹਰਬਾਨੀ। ਅਸਲ ਦੇ ਵਿੱਚ ਜਦੋਂ ਲੋਕ ਪਿਛਾਂਹ ਝਾਤੀ ਮਾਰਦੇ ਆ ਤਾਂ ਖੁਨਾਮੀਆਂ ਜਾਂ ਗਲਤੀਆਂ ਇੰਜ ਲੱਗਦਾ ਜਿਵੇਂ ਸਾਡਾ ਮੂੰਹ ਚੜਾ ਕੇ ਲੰਘ ਜਾਂਦੀਆਂ। ਵਰਤਮਾਨ 'ਚ ਵੀ ਅਸੀਂ ਉਸੇ ਤਰ੍ਹਾਂ ਦੇ ਐਕਟ 'ਚ ਮੁਲਵਸ ਹਾਂ। ਅੱਜ ਵੀ ਸਾਡੇ ਕਿਰਦਾਰ ਉਵੇਂ ਦੇ ਹੀ ਆ। ਅੱਜ ਵੀ ਅਸੀਂ ਮੌਕਾ ਬਮੌਕਾ ਖੁੰਝ ਜਾਂਦੇ ਆ। ਨਿੱਜੀ ਗਰਜਾਂ, ਨਿੱਜੀ ਖਾਹਿਸ਼ਾਂ, ਉਹਨਾਂ ਦੇ ਅੱਗੇ ਕੌਮੀ ਹਿੱਤ ਦਮ ਤੋੜਦੇ ਨਜ਼ਰ ਆਉਂਦੇ ਆ। 84 ਤੋਂ ਬਾਅਦ ਹੁਣ ਤੱਕ ਇਹੀ ਵਰਤਾਰੇ ਵਰਤੀ ਜਾਂਦੇ ਆ। ਕਿਸੇ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿੱਥੋਂ ਕੰਨੀ ਫੜੇ ਐਸੀਆਂ ਧੋਖੇਬਾਜ਼ੀਆਂ ਦੀ। ਫਿਰ ਵੀ ਲੀਡਰ ਵੀ ਹੋਣੇ ਜੇ ਲੱਗਦੇ ਆ। ਜਿਹਨੂੰ ਵੀ ਤੁਸੀਂ ਹੱਥ ਫੜਦੇ ਹੋ ਕਿ ਇਹ ਬੰਦਾ ਚੰਗਾ ਹੋਊਗਾ, ਅੰਤ ਉਹੀ ਘਰ ਵੱਲ ਹੋ ਤੁਰਦਾ ਹੈ। ਕੋਈ ਇਸ ਵੇਲੇ ਕੌਮੀ ਪੱਧਰ ਦੇ ਉੱਤੇ ਲੀਡਰ ਨਜ਼ਰ ਨਹੀਂ ਆਉਂਦਾ। ਮੈਂ ਤਾਂ ਤੁਹਾਨੂੰ ਵੀ ਕਈ ਵਾਰੀ ਸਵਾਲ ਕਰਦਾ ਹੁੰਦਾ ਕਿ ਕਿਹੜੀ ਘਾੜਤ ਘੜੀਏ ਜਿਹਦੇ ਨਾਲ ਸਾਨੂੰ ਖੁਦਗਰਜ਼ੀਆਂ ਤੋਂ ਪਰੇ ਖਲੋਤੇ ਉਹ ਲੋਕ ਮਿਲਣ ਜਿਹੜੇ ਕਹਿਣ ਕਿ ਮੈਂ ਪੰਥ ਜੀਵੇ ਮੈਂ ਮਰਾਂ, ਜਾਂ ਕੋਈ ਉਹ ਜਜ਼ਬਾ ਮੁੜ ਵੇਖਣ ਨੂੰ ਮਿਲੇ। ਸ਼ਾਇਦ ਸਾਡੀ ਇਹ ਖਾਹਿਸ਼ ਸਾਡੇ ਉਮਰ ਹਯਾਤੀ ਦੇ ਨਾਲ ਹੀ ਮਰ ਜਾਣੀ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਮਿਹਰਬਾਨੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸ਼ੁਕਰੀਆ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।